ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ। ਇਹ ਵਾਰਦਾਤਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਹੋਈਆਂ ਨੇ, ਪਰ ਇਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ, ਹੁਣ ਸਭ ਤੋਂ ਵੱਡਾ ਸਵਾਲ ਹੈ। ਇਹਨਾਂ ਚੀਜ਼ਾਂ ਨੂੰ ਕਿਵੇਂ ਟੈਕਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀ ਸਰਕਾਰ ਹੈ ਉਸ ਦੇ ਨਾਲ ਆਪਣੇ ਨੁਕਤੇ ਸਾਂਝੇ ਕਰਨੇ ਚਾਹੀਦੇ ਨੇ ਕਿ ਆਖਿਰ ਇਹਨਾਂ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ। ਜਿਹੜੇ ਸੂਝਵਾਨ ਲੋਕ ਨੇ, ਵਿਦਵਾਨ ਨੇ, ਉਹਨਾਂ ਨੂੰ ਸਰਕਾਰ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਸਮੱਸਿਆ ਦੇ ਨਾਲ ਨਜਿੱਠਿਆ ਜਾ ਸਕੇ, ਤਾਂ ਜੋ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਅਜਾਈਂ ਇਸ ਤਰ੍ਹਾਂ ਦੁਨੀਆ ਤੋਂ ਰੁਖਸਤ ਨਾ ਹੋਣ। ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ, ਗੁਰਮੋਹਨਪ੍ਰੀਤ ਸਿੰਘ, ਜੋ ਕਿ ਕੁਝ ਨੁਕਤੇ ਲੈ ਕੇ ਆਇਆ ਤੇ ਪੰਜਾਬ ਸਰਕਾਰ ਦੇ ਨਾਲ ਸਾਂਝੇ ਕਰਨਾ ਚਾਹੁੰਦੇ ਕਿ ਇਸ ਸਮੱਸਿਆ ਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ। ਗੱਲਬਾਤ ਕਰਾਂਗੇ। ਬਾਈ ਜੀ, ਸਵਾਗਤ ਹੈ। ਹਾਂਜੀ, ਧੰਨਵਾਦ ਜੀ। ਬਾਈ ਜੀ, ਪਹਿਲਾਂ ਤਾਂ ਤੁਸੀਂ ਆਪਣਾ ਤਾਰੂਫ ਕਰਵਾਓ ਦਰਸ਼ਕਾਂ ਦੇ ਨਾਲ, ਤੁਹਾਡੀਆਂ ਕੀ ਉਪਲਬਧੀਆਂ ਹੈਗੀਆਂ ਨੇ, ਕਿਉਂਕਿ ਜਿਹੜੇ ਨੌਜਵਾਨ, ਜੇਕਰ ਤੁਹਾਡੀ ਗੱਲ ਕਰੀਏ, ਤੁਸੀਂ ਸਰਕਾਰ ਦੇ ਨਾਲ ਬਹਿਣਾ ਚਾਹੁੰਦੇ ਹੋ, ਤੁਹਾਡੀ ਆਪਣੀ ਉਪਲਬਧੀ ਕੀ ਹੈ, ਪਹਿਲਾਂ ਉਹਨੂੰ ਦੇਖਣਾ ਬਹੁਤ ਜ਼ਰੂਰੀ ਹੈ। ਤੁਸੀਂ ਕਿੰਨਾ ਪੜ੍ਹੇ ਹੋ, ਕੀ ਤੁਹਾਡੀ ਬੈਕਗਰਾਊਂਡ ਹੈ, ਤੁਸੀਂ ਉਹ ਸਾਂਝੀ ਕਰੋ ਕਿ ਵੀ ਸਰਕਾਰ ਵੀ ਚਾਹੁੰਦੀ ਹੈ ਕਿ ਵੀ ਜਿਹੜਾ ਬੰਦਾ ਸਾਡੇ ਨਾਲ ਬਹਿਣਾ ਚਾਹੁੰਦਾ ਹੈ ਉਹਦੀ ਆਪਣੀ ਕੀ ਕੈਪੇਬਿਲਿਟੀ ਹੈਗੀ ਆ, ਆਪਣੀ ਉਹਦੀ ਕਿੰਨੀ ਐਜੂਕੇਸ਼ਨ ਹੈਗੀ ਹੈ, ਪਹਿਲਾਂ ਉਹ ਸਾਂਝੀ ਕਰੋ। ਦੇਖੋ ਜੀ, ਮੇਰੇ ਕੋਲ ਕਾਨੂੰਨ ਦੇ ਵਿੱਚ ਮੈਂ ਲਾਅ ਗ੍ਰੈਜੂਏਟ ਆ, ਮਨੁੱਖੀ ਅਧਿਕਾਰਾਂ ਦੇ ਵਿੱਚ ਮੇਰੇ ਕੋਲ ਮਾਸਟਰਸ ਆ। ਉਸ ਤੋਂ ਇਲਾਵਾ ਮੇਰੇ ਕੋਲ ਅਰਾਊਂਡ 10 ਸਾਲ ਦਾ ਕ੍ਰਾਈਮ ਦਾ ਅਤੇ ਹਿਊਮਨ ਰਾਈਟਸ ਦਾ ਤਜਰਬਾ ਆ, ਜਿਹੜਾ ਪ੍ਰੈਕਟੀਕਲ ਫੀਲਡ ਐਕਸਪੀਰੀਅੰਸ ਆ, ਰਿਸਰਚ ਆ। ਅਤੇ ਉਸ ਤੋਂ ਇਲਾਵਾ ਮੇਰਾ ਪਬਐਡ ਦੇ ਉੱਤੇ ਪੋਲੀਟੀਕਲ ਸਾਇੰਸ ਦੇ ਉੱਤੇ ਵੀ ਹੋਲਡ ਆ। ਇੰਡੀਅਨ ਕੌਨਸਟੀਟਿਊਸ਼ਨ 'ਤੇ ਮੇਰਾ ਪੂਰਾ ਬਰੀਕੀ ਨਾਲ ਹੋਲਡ ਆ, ਜੋ ਕੁਛ ਮੈਂ ਲਿਖਿਆ ਇਹਨਾਂ ਨੂੰ। ਅਤੇ ਜੇ ਤੁਸੀਂ ਪ੍ਰੈਕਟੀਕਲ ਐਕਸਪੀਰੀਅੰਸ ਦੀ ਗੱਲ ਕਰਦੇ ਹੋ ਤਾਂ ਮੈਂ ਗ੍ਰਾਸ ਰੂਟ 'ਤੇ ਕੰਮ ਕੀਤਾ ਆ। 2018 ਦੇ ਵਿੱਚ ਮੈਂ ਪ੍ਰੋਜੈਕਟ ਕੀਤਾ ਸੀਗਾ ਕੂਕ ਦਾ ਨਸ਼ੇਮਾਨਾ ਤੋਂ। ਮੈਂ ਪੇਜ ਚਲਾਉਂਦਾ ਸੀ ਉਦੋਂ, ਬਟ ਪੋਲੀਟੀਕਲ ਟਸਲ ਤੁਹਾਨੂੰ ਪਤਾ ਹੀ ਹੈ ਕਿ ਕੁਛ ਕਰਾ ਦਿੰਦੀ ਹੈ। ਅਨੰਦਪੁਰ ਸਾਹਿਬ ਮੈਂ ਰਹਿੰਦਾ ਆ। ਉਸ ਵੇਲੇ ਜਿਹੜਾ ਮੇਨ ਟਾਰਗੇਟ ਸੀਗਾ, ਕਿਉਂਕਿ ਉਸ ਵੇਲੇ ਜਿਹੜੀ ਗਵਰਨਮੈਂਟ ਸੀ, ਤੁਸੀਂ ਜਾਣਦੇ ਹੋ, ਉਹਨਾਂ ਨੇ ਘਰ ਘਰ ਚਿੱਟਾ ਵਿਕਵਾਉਣਾ ਸ਼ੁਰੂ ਕਰ ਦਿੱਤਾ ਸੀਗਾ। ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜਾ ਆ ਅਤੇ ਚਿੱਟਾ ਉਦੋਂ ਦਾ ਮੁੱਦਾ ਸੀ ਮੇਰਾ, ਉਹਦੇ ਉੱਤੇ ਮੈਂ ਵਰਕ ਕੀਤਾ। ਉਹ ਤੋਂ ਬਾਅਦ ਜਿਹੜੀ ਪਿਛਲੇ ਸਾਲ ਤੁਸੀਂ ਕਹਿ ਸਕਦੇ ਹੋ, ਪਿਛਲੇ 2 ਸਾਲ ਜਿਹੜੀ ਕਿਸਾਨਾਂ ਦੀ ਮੂਵਮੈਂਟ ਚੱਲੀ ਦੀ, ਉਹਦੇ ਵਿੱਚ ਮੈਂ ਸੁਪਰੀਮ ਕੋਰਟ ਦੇ ਵਿੱਚ PIL ਫਾਈਲਰ ਸੀਗਾ, ਪਟੀਸ਼ਨ ਹੋਲਡਰ ਸੀਗਾ। ਉਸ ਤੋਂ ਇਲਾਵਾ ਮੈਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਡਾਕੂਮੈਂਟਸ ਜਿਹੜੇ ਆ ਉਹ ਪ੍ਰੋਵਾਈਡ ਕਰਾਏ ਆ, ਅਤੇ ਸਪੈਸ਼ਲ ਰੈਪੋਟੀਅਰ ਹੁੰਦੇ ਆ, ਉਹਨਾਂ ਦੇ ਨਾਲ ਕੰਟੈਕਟ ਐਸਟੈਬਲਿਸ਼ ਕੀਤਾ। ਫਿਰ ਵਰਕਿੰਗ ਗਰੁੱਪ ਔਨ ਹਿਊਮਨ ਰਾਈਟਸ ਹੁੰਦੇ ਆ। ਬੇਸਿਕਲੀ ਕੀ ਹੁੰਦਾ, ਇੱਕ ਕੰਸੈਪਟ ਹੁੰਦਾ ਯੂਨੀਵਰਸਲ ਪੀਰੀਓਡਿਕ ਰਿਪੋਰਟਿੰਗ ਦਾ, ਜਿਹਦੇ ਵਿੱਚ ਇੰਡੀਆ ਬਾਕੀ ਦੇਸ਼ਾਂ ਦੇ ਨਾਲ ਬਹਿੰਦਾ ਆ ਅਤੇ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਸੀਂ ਆਪਦੇ ਮਨੁੱਖੀ ਅਧਿਕਾਰਾਂ ਦਾ ਇੱਥੇ ਕੀ ਕਰ ਰਹੇ ਹੋ। ਇਹ UN ਦੀ ਬੋਡੀ ਹੈ। ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਮੇਰੇ ਡਾਕੂਮੈਂਟੇਸ਼ਨਸ ਹੈ, ਮੇਰੀਆਂ ਲੈਟਰਸ ਨੇ, ਉਹ ਗਈਆਂ। ਜਿਵੇਂ ਕਿ ਮੈਂ ਕਿਸਾਨਾਂ ਦੀ ਡੈਥ ਲਿਸਟ ਅਟੈਚ ਕੀਤੀ ਸੀਗੀ, ਫੋਟੋਆਂ ਅਟੈਚ ਕੀਤੀਆਂ ਸੀਗੀਆਂ, ਕਿਹੜੇ ਬਾਪ ਦੇ ਮੂੰਹ 'ਤੇ ਜ਼ਖਮ ਹੈ, ਕਿਸ ਤਰੀਕੇ ਦੇ ਨਾਲ ਸਾਨੂੰ ਉਸ ਵੇਲੇ ਵੀ ਖਾਲਿਸਤਾਨੀ, ਨਕਸਲੀ, ਅੱਤਵਾਦੀ ਕਿਹਾ ਗਿਆ, ਕੀ ਇਲਜ਼ਾਮ ਲਾਏ ਗਏ ਜਦੋਂ ਆਪਣੇ ਹੱਕਾਂ ਦੇ ਲਈ ਤੁਰੇ। ਅਤੇ ਇੱਕ ਫੌਜੀ ਹੈ ਜਿਹੜਾ ਉਹ ਉੱਥੇ ਖੜਿਆ ਕਾਰਗਿਲ 'ਤੇ, ਅਤੇ ਉਹਦੇ ਪਿਓ ਦੀ ਕੀ ਦਾਸਤਾਂ ਆ। ਅਤੇ ਈਵਨ ਕੁਛ ਚੀਜ਼ਾਂ ਨੂੰ ਜਿਹੜਾ ਆ ਸੁਪਰੀਮ ਕੋਰਟ ਨੇ ਉਸ ਵੇਲੇ, ਉਸ ਤੋਂ ਬਾਅਦ ਵਾਲੀ ਜਿਹੜੀ ਜਜਮੈਂਟ ਆ ਉਹਦੇ ਵਿੱਚ ਰੈਕੋਗਨਾਈਜ਼ ਕੀਤਾ, ਉਹਦੀਆਂ ਟਿੱਪਣੀਆਂ ਆਈਆਂ, ਜਿਵੇਂ ਕਿ ਉੱਥੇ ਬਹਿਣਾ ਜਿਹੜਾ ਆ ਉਹ ਹੱਕ ਆ। ਚਲੋ, ਮੋਰਚੇ ਦੀਆਂ ਚੀਜ਼ਾਂ ਨੇ, ਪੁਰਾਣੀਆਂ ਇੰਟਰਵਿਊਜ਼ ਨੇ, ਲੋਕ ਦੇਖਣਗੇ ਅਤੇ ਇਨਫੋਰਮੇਸ਼ਨ ਮੁੱਕਦੀ ਗੱਲ ਇਹ ਹੈ। ਤੁਸੀਂ ਸੌਖੀ ਭਾਸ਼ਾ 'ਚ ਤੁਹਾਨੂੰ ਮੈਂ ਦੱਸ ਦੇਣਾ, ਮੇਰੀ ਐਡੀ ਕੁ ਲਿਆਕਤ ਹੈਗੀ, ਜਿਹੜੀ ਇਹਨਾਂ ਦੀ ਬਿਊਰੋਕਰੇਸੀ ਹੈ, ਜੇ ਉਹ 6-7 ਅਖਬਾਰਾਂ ਪੜ੍ਹਦੀ ਆ ਤਾਂ ਮੈਂ 8-9 ਪੜ੍ਹ ਸਕਦਾ। ਮੈਂ ਉਹਨਾਂ ਨਾਲ ਟੇਬਲ 'ਤੇ ਬਹਿ ਕੇ ਉਹਨਾਂ ਦੀ ਜਿਹੜੀ ਉਹ ਐਡਮਿਨਿਸਟ੍ਰੇਟਿਵ ਗਵਰਨੈਂਸ ਵਾਲੀ ਲੈਂਗੁਏਜ ਆ, ਪਬਲਿਕ ਪੋਲਿਸੀ ਫਾਰਮੂਲੇਸ਼ਨ ਦੀ, ਉਹਦੇ 'ਚ ਗੱਲ ਕਰ ਸਕਦਾ। ਇਹਨੂੰ ਮੈਂ ਕੋਈ ਇਸ ਵੇਲੇ ਪੰਜਾਬ ਦੇ ਹਾਲਾਤਾਂ ਲਈ ਬਹੁਤੀ ਕਾਬਲੀਅਤ ਵਾਲੀ ਗੱਲ ਨਹੀਂ ਸਮਝਦਾ, ਕਿਉਂਕਿ ਇਹ ਦਿਮਾਗ ਤੋਂ ਚੱਲਦੀ ਆ। ਪੰਜਾਬ ਦਾ ਮਸਲਾ ਇਸ ਵੇਲੇ ਇੱਥੋਂ ਦਿਲ ਤੋਂ ਹੱਲ ਹੋਣਾ, ਸੰਵੇਦਨਾ ਤੋਂ ਹੱਲ ਹੋਣਾ, ਸੈਂਸਿਟਾਈਜੇਸ਼ਨ ਤੋਂ ਹੱਲ ਹੋਣਾ। ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਅੱਗੇ ਅਸੀਂ ਸਪੋਰਟ ਦੇ ਦਿੰਦੇ ਸੀ, ਹੁਣ ਪਾਰਟੀਸਪੇਸ਼ਨ ਦਾ ਟਾਈਮ ਆ। ਜੇ ਆਪਾਂ ਨਵੀਆਂ ਪੋਲਿਸੀਜ਼ ਵੀ ਦੇਖ ਲਈਏ, ਇਹ ਪਾਰਟੀਸਪੇਸ਼ਨ ਦੇ ਨਾਲ ਹੱਲ ਹੋਣਾ ਜਿਹੜਾ ਮੁੱਦਾ ਆ। ਭਾਈ ਜੀ, ਇੰਨੀਆਂ ਮੈਂ ਜੋ ਕੁਛ ਹੋ ਰਿਹਾ ਆ, ਮੇਰੀ ਗੱਲ, ਜਿਵੇਂ ਮੈਂ ਈਵੈਂਟ ਕੀਤੀ ਸੀ, ਉਸ ਵੇਲੇ ਦੱਸਿਆ ਸੀ ਕਿ ਕਿਸੇ ਦਾ ਪੁੱਤ ਨਸ਼ੇ 'ਤੇ ਲੱਗ ਗਿਆ, ਕਿਸੇ ਦੇ ਨੂੰ ਸਮੈਕ ਪੀਣ ਕਿਹਨੇ ਲਾਤਾ, ਕਿਵੇਂ ਨੌਜਵਾਨਾਂ ਨੂੰ ਟਾਰਗੇਟ ਦਿੱਤੇ ਗਏ। ਇਸੇ ਤਰੀਕੇ ਦੇ ਨਾਲ ਕ੍ਰਾਈਮ ਦੇ ਰਾਹ ਵੱਲ ਕਿਵੇਂ ਤੁਰੇ ਬੰਦੇ। ਇਹਦੇ ਵਿੱਚ ਮੈਂ ਕੁਛ ਹਵਾਲੇ ਦਿੱਤੇ ਨੇ, ਕੁਛ ਨਾਂ ਦਿੱਤੇ ਨੇ ਕਿ ਕੌਣ ਨੇ ਗੈਂਗਸਟਰ, ਕਿ ਮਾਂ ਦੀ ਕੁੱਖ 'ਚੋਂ ਜੰਮ ਕੇ ਆ ਗਿਆ, ਕੋਈ ਨੈਸ਼ਨਲ ਲੈਵਲ ਦਾ ਡਿਸਕਸ ਥਰੋ ਦਾ ਪਲੇਅਰ ਹੈ, ਕੋਈ ਹੈਮਰ ਥਰੋ ਦਾ ਪਲੇਅਰ ਹੈ। ਹੁਣ ਇਹ ਜੋ ਕੁਛ ਹੋ ਗਿਆ ਆ, ਇੱਕ ਸਕੇਪਗੋਟ ਬਣ ਜੂਗਾ। ਜੋ ਕੁਛ ਕਰਾਇਆ ਜਾ ਰਿਹਾ, ਇੱਕ ਗੈਂਗ ਨੂੰ ਬਹੁਤ ਹਾਈਲਾਈਟ ਕੀਤਾ ਜਾ ਰਿਹਾ। DGP ਕਹਿ ਰਿਹਾ ਗੈਂਗ ਵਾਰ ਹੈ। ਗੈਂਗ ਵਾਰ ਦੇ ਵਿੱਚ ਪੱਲਾ ਝਾੜਨਾ ਬਹੁਤ ਸੌਖਾ ਹੁੰਦਾ ਕਿ 2 ਗੈਂਗਸ ਹੈ, ਪਹਿਲਾਂ ਇੱਕ ਨੂੰ ਦੂਜੇ ਤੋਂ ਖ਼ਤਮ ਕਰਾ ਦਿਓ, ਦੂਜੇ ਨੂੰ ਤੀਜੇ ਤੋਂ ਕਰਾ ਦਿਓ, ਅਤੇ ਉਹਨਾਂ ਨੂੰ ਆਪਾਂ ਗਲੋਰੀਫਾਈ ਕਰ ਦਿੰਦੇ ਹਾਂ ਫਿਰ ਫਿਲਮਾਂ ਦੇ ਵਿੱਚ। ਅਤੇ ਅਸਲ ਸੱਚ ਕੀ ਹੈ? ਅਸਲ ਸੱਚ ਹੈ ਗੁੰਮਰਾਹਕੁਨ ਨੌਜਵਾਨ ਨੇ।
ਜਿਨ੍ਹਾਂ ਨੂੰ ਰਿਅਲਾਈਜ਼ ਨਹੀਂ ਹੋ ਰਿਹਾ ਕਿ ਕੀ ਹੋ ਰਿਹਾ ਆ। ਮੈਂਟਲ ਏਡ ਦੇ ਵਿੱਚ ਇਹਨਾਂ ਤੋਂ ਕ੍ਰਾਈਮ ਕਮਿਟ ਕਰਾਏ ਜਾ ਰਹੇ ਆ। ਫਿਰ ਉਹਨਾਂ ਨੂੰ ਫਾਈਨੈਂਸ਼ੀਅਲੀ ਪਿੱਛੋਂ ਦੀ ਸਪੋਰਟ ਕਿੰਨੀ ਆਉਂਦੀ ਆ। ਇਹ ਤਾਂ ਇਹਨੇ ਪੈਸੇ ਵਾਲੇ ਹੁੰਦੇ ਨਹੀਂ, ਮੱਧ ਵਰਗ ਦੇ ਮੁੰਡੇ ਆ, ਕਿੱਥੋਂ ਇੰਨਾ ਪੈਸਾ ਆ ਜਾਂਦਾ? ਉਹਦੇ ਪਿੱਛੇ ਕੋਈ ਇੱਕ ਵਰਦੀਧਾਰੀ ਜਾਂ ਪੋਲੀਟੀਕਲ ਲੌਬੀ ਤਾਂ ਹੈ ਕਿਤੇ ਨਾ ਕਿਤੇ, ਜਿਹਨੂੰ ਆਪਾਂ ਡੀਪ ਸਟੇਟ ਕਹਿ ਦਿੰਦੇ ਆ। ਤੇ ਹੁਣ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ, ਜੋ ਕੁਝ ਚੱਲ ਰਿਹਾ ਆ, ਜੋ ਕੁਝ ਵਾਪਰ ਰਿਹਾ ਆ, ਤੁਸੀਂ ਦੇਖੋ ਕਿ ਇੱਕ ਪਾਰਟੀਕੂਲਰ ਆਈਡੀਓਲੋਜੀ ਦੀ ਜਦੋਂ ਕੋਈ ਮੁੰਡਾ ਗੱਲ ਕਰ ਰਿਹਾ, ਪੰਜਾਬ ਦੀ ਆਵਾਮ ਨੂੰ ਜਗਾਉਣਾ ਚਾਹ ਰਿਹਾ, ਤਾਂ ਉਹਦਾ ਕਤਲ ਹੋ ਜਾਂਦਾ। ਤੇ ਇਹਦੇ ਵਿੱਚ ਤੁਸੀਂ, ਮੈਂ ਹੁਣ ਭਗਵੰਤ ਮਾਨ ਸਾਹਿਬ ਨੂੰ ਗੱਲ ਕਰ ਰਿਹਾ, ਡੀਪ ਸਟੇਟ ਨੂੰ ਤਾਂ ਮੈਂ ਸਿੱਧਾ ਮਿਲ ਨਹੀਂ ਸਕਦਾ। ਭਗਵੰਤ ਮਾਨ ਸਾਹਿਬ ਨੇ ਜ਼ਿੰਮੇਵਾਰੀ ਲਈ ਆ, ਉਹਨਾਂ ਦੀ ਝੋਲੀ 'ਚ ਪੰਜਾਬ ਦੀ ਆਵਾਮ ਨੇ ਇਹ ਖਰਾਤ ਪਾਈ ਹੈ। ਮੈਂ ਉਹਨਾਂ ਨੂੰ ਲਿਖਿਆ, ਮੈਂ ਤੁਹਾਡੇ ਉਸੇ ਪੰਜਾਬ ਦਾ ਨੌਜਵਾਨ ਬੋਲਦਾ। ਮੈਂ ਤੁਹਾਨੂੰ ਵਿੱਚ ਰੋਕਣਾ ਚਾਹੁੰਦਾ, ਜਿਵੇਂ ਕਿ ਤੁਸੀਂ ਆਪਣੀਆਂ ਉਪਲਬਧੀਆਂ ਗਣਵਾ ਵੀ ਦਿੱਤੀਆਂ, ਤੁਸੀਂ ਇੰਨਾ ਕੰਮ ਕੀਤਾ, ਮੇਰੇ ਖਿਆਲ ਦੇ ਵਿੱਚ 2-3 ਮਿੰਟ ਹੋ ਗਏ ਤੁਹਾਨੂੰ, ਤੁਸੀਂ ਆਪਣੀਆਂ ਉਪਲਬਧੀਆਂ ਹੀ ਗਣਵਾਈਆਂ। ਤੁਸੀਂ ਇਹ ਕਿਹੜੇ ਮੁੱਦੇ ਨੂੰ ਲੈ ਕੇ ਸਰਕਾਰ ਕੋਲੇ, ਇਸ ਮੁੱਦੇ ਨੂੰ ਲੈ ਕੇ ਸਰਕਾਰ ਕੋਲੇ ਜਾ ਰਹੇ ਹੋ? ਤੁਹਾਨੂੰ ਨਹੀਂ ਲੱਗਦਾ ਕਿ ਵੀ ਤੁਹਾਨੂੰ ਆਪਣੀ ਪਰਸਨਲ ਲਾਈਫ ਦੇਖਣੀ ਚਾਹੀਦੀ ਆ, ਜਿਹੜਾ ਕੋਈ ਆਪਣੀ ਨੌਕਰੀ ਪੇਸ਼ਾ ਕਰਨਾ ਚਾਹੀਦਾ? ਤੁਸੀਂ ਇਹਨਾਂ ਚੀਜ਼ਾਂ ਦੇ ਵੱਲ ਤੁਰ ਪਏ ਹੋ। ਇਹ ਸਾਡਾ ਕਿਰਦਾਰ ਨਹੀਂ ਹੈਗਾ ਨਾ, ਸ਼ਾਇਦ ਇਹ ਸਾਡਾ ਕਿਰਦਾਰ ਹੀ ਨਹੀਂ ਹੈਗਾ। ਹੁਣ ਉਹਨੇ ਭਗਤ ਸਿੰਘ ਲਾਇਆ, ਉਹ ਵੀ ਬੜੀ ਸੋਹਣੀ ਉਹਦੀ ਮੰਗੇਤਰ ਸੀਗੀ, ਹੈਗੀ ਸੀ ਕਿ ਨਹੀਂ ਸੀ? ਮੈਂ ਸੁਣਿਆ ਬਹੁਤ ਸੋਹਣੀ ਸੀ ਕਿਤਾਬਾਂ 'ਚੋਂ, ਕਿਉਂਕਿ ਉਹ ਰਾਜਗੁਰੂ ਨੇ ਨਾ ਇੱਕ ਵਾਰ ਬੜੀ ਸੋਹਣੀ ਜੀ ਕੁੜੀ ਦੀ ਫੋਟੋ ਲਾਈ ਤੇ ਉਹਨੂੰ ਚੰਦਰ ਸ਼ੇਖਰ ਆਜ਼ਾਦ ਨੇ ਡਾਂਟਤਾ। ਤੇ ਭਗਤ ਸਿੰਘ ਨੂੰ ਕਹਿੰਦਾ ਯਾਰ ਕਿਆ ਯਾਰ, ਆਜ਼ਾਦੀ ਆਏਗੀ ਇਤਨੀ ਖੂਬਸੂਰਤ ਹੋਗੀ। ਇਹ ਪੈਰਲਲ ਚੱਲਦੀਆਂ ਚੀਜ਼ਾਂ। ਠੀਕ ਹੈ, ਪਰ ਜਿਹੜਾ ਤੁਹਾਡਾ ਤੁਸੀਂ ਇਹ ਜਵਾਬ ਦਿੱਤਾ, ਇਹਦਾ ਜਵਾਬ ਮੈਂ ਆਪਣੇ ਸ਼ਬਦਾਂ ਦੇ ਵਿੱਚ ਜਾਣਦਾ ਤਾਂ ਸੀਗਾ, ਪਰ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ ਉਹ ਵਾਕਈ ਰੌਂਗਟੇ ਵੀ ਖੜੇ ਕਰਦੇ ਆ ਕਿ ਵੀ ਜਿਹੜੇ ਤੁਸੀਂ ਸ਼ਬਦ ਯੂਜ਼ ਕੀਤੇ ਆ ਕਿ ਵੀ ਇੱਕ ਆਪਣਾ ਪਰਸਨਲ ਲਾਈਫ ਛੱਡ ਕੇ ਤੁਸੀਂ ਲੋਕਾਂ ਦੀ ਆਵਾਜ਼ ਚੱਕਣ ਦੇ ਲਈ, ਜਿਹੜੇ ਮਾਵਾਂ ਦੇ ਪੁੱਤ। ਛੱਡ ਨਹੀਂ ਰਿਹਾ, ਇਹ ਮੇਰੀ ਪਰਸਨਲ ਲਾਈਫ ਆ। ਮੇਰੇ ਭਰਾ ਨੇ, ਮੈਂ ਵਰਕਆਊਟ ਲਾਉਣਾ ਜਿਮ, ਸ਼ਾਮ ਨੂੰ ਮੈਂ ਸੁਣਦਾ ਹੁੰਦਾ ਸੀਗਾ ਭਾਵੇਂ ਟਾਈਮ ਹੋਇਆ ਚੇਂਜ, ਕਿਉਂਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਬੀਫ ਸੀਗੇ, ਰਹਿੰਦੇ ਆ, ਪੰਚਦੂਤ ਨੇ। ਇਹ ਤਾਂ ਤੁਹਾਡੀ ਮੈਂਟੈਲਿਟੀ ਆ, ਕਿੱਥੇ ਲਾਉਣਾ। ਮੈਂ ਸੁਣਦਾ ਸੀਗਾ ਉਹਦੇ ਗਾਣੇ, ਮੈਨੂੰ ਬੜੇ ਵਧੀਆ ਲੱਗਦੇ ਨੇ, ਠੀਕ ਹੈ ਨਾ। ਉਹ ਕਹਿੰਦਾ ਹੁੰਦਾ ਵੀ ਹੋਰ ਕਿਸੇ ਨਾਲ ਨਹੀਂ, ਇੱਕ ਬਾਪ ਨਾਲ ਹੀ ਯਾਰੀ ਲਿਖੀ ਆ। ਮੇਰਾ ਵੀ ਸਭ ਤੋਂ ਪਿਆਰਾ ਆੜੀ ਮੇਰਾ ਪਿਓ ਆ। ਉਹ ਆਪਦੇ ਮੂਸੇ ਪਿੰਡ ਰਹਿੰਦਾ ਸੀ, ਮੈਂ ਆਪਦਾ ਸ਼ਹਿਰ ਆਨੰਦਪੁਰ ਨਹੀਂ ਛੱਡਣਾ ਚਾਹੁੰਦਾ। ਕੋਈ ਮਿਲ ਕੇ ਫੋਟੋਆਂ ਖਿਚਾ ਕੇ ਪਿਆਰ ਹੁੰਦਾ। ਤੁਸੀਂ ਕਿਸੇ ਦੀ ਸੋਚ ਨੂੰ ਐਡਮਾਇਰ ਕਰਦੇ ਹੋ। ਤੁਸੀਂ ਦੇਖ ਰਹੇ ਹੋ ਯਾਰ, ਪੰਜਾਬੀਅਤ ਦੀ ਗੱਲ ਕਰ ਰਿਹਾ, ਡਰੇਨ ਦੀ ਥਿਊਰੀ ਨੂੰ ਠੱਲ ਪਾਤੀ। ਬਾਹਰ ਦੇ ਅੱਜ ਦੀ ਡੇਟ 'ਚ ਕੀ ਯੂਥ ਦਾ ਸੁਪਨਾ ਰਹਿ ਗਿਆ? ਪੰਜਾਬ ਦੇ ਦਾ ਕੀ ਸੁਪਨਾ ਰਹਿ ਗਿਆ ਆ? ਆਇਲਸ ਕਰੀਏ, ਬਾਹਰ ਚੱਲ ਜਾਈਏ, ਥੋੜ੍ਹੇ ਜਿਹੇ ਪੈਸੇ ਕਮਾਈਏ, ਗੱਡੀ ਲੱਤੀ ਹੋਵੇ ਤੇ ਇੱਕ ਸੋਹਣਾ ਜਿਹਾ ਲਾਈਫ ਪਾਰਟਨਰ ਹੋਵੇ। ਮੈਂ ਕਹਿੰਦਾ ਰੱਬ ਸਾਰਿਆਂ ਨੂੰ ਦੇਵੇ, ਕਿਉਂਕਿ ਜਦੋਂ ਦੇ ਦੂਗਾ ਨਾ, ਉਹ ਤੋਂ ਬਾਅਦ ਸਮਝ ਆਊਗਾ ਵੀ ਇੱਥੇ ਕਾਫੀ ਨਹੀਂ ਹੁੰਦੀ ਜ਼ਿੰਦਗੀ। ਜ਼ਿੰਦਗੀ ਇਹ ਤੋਂ ਪਰਾਂ ਦੀ ਚੀਜ਼ ਹੈ। ਆਪਾਂ ਹੁਣ ਗੱਲਬਾਤ ਕਰਦੇ ਹਾਂ ਭਗਵੰਤ ਮਾਨ ਸਰਕਾਰ ਤੋਂ, ਤੁਹਾਡੀ ਕੀ ਮੰਗ ਹੈਗੀ ਆ? ਕਿਹੜੇ ਨੁਕਤੇ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਹੱਲ ਦੀ ਗੱਲ ਕੀਤੀ ਤੇ ਮੈਂ ਕਿਹਾ ਵੀ ਇਹਨਾਂ ਨੌਜਵਾਨਾਂ ਦਾ ਐਨਕਾਊਂਟਰ ਕਰਨਾ ਹੱਲ ਨਹੀਂ ਹੈ, ਸਿਸਟਮ ਬਦਲਣਾ ਹੱਲ ਹੈ। ਉਹ ਬੜੀ ਸਲੋਲੀ ਬਦਲੂਗਾ ਜੇ ਤੁਸੀਂ, ਚਲੋ ਹੁਣ ਮੌਕੇ ਤੇ ਕੋਰਟ ਕੁਝ ਫੈਸਲਾ ਕਰ ਦਿੰਦਾ ਆ। ਜਿਵੇਂ ਹੁਣ ਕੱਲ ਪਤਾ ਲੱਗਿਆ ਕਿ ਉਹਨੇ ਸਿਕਿਉਰਿਟੀ ਲਈ ਅਪਲਾਈ ਕੀਤਾ ਤੇ ਕਿਸੇ ਵਕੀਲ ਨੇ ਉਹਦਾ ਕੇਸ ਨਹੀਂ ਫੜਿਆ, ਕਿਉਂਕਿ ਉਹ ਦੇਖ ਰਿਹਾ ਕਿ ਜਿਹੜਾ ਇੰਨਾ ਸੀਰੀਅਸ ਕ੍ਰਾਈਮ, ਉਹ ਆਪਣੇ ਆਪ ਹੀ ਇੱਕ ਸਿਸਟਮ ਚੱਲਦਾ ਹੁੰਦਾ ਆ। ਜੋ ਤੁਸੀਂ ਕਰਦੇ ਹੋ, ਇੱਕ ਸਪਿਰਿਚੁਅਲ એનર્ਜੀ ਵੀ ਫਲੋਟ ਹੁੰਦੀ ਹੈ। ਤੁਹਾਡੇ ਤੋਂ ਕੁਝ ਗਲਤ ਹੁੰਦਾ ਆ, ਕੁਦਰਤ ਵੀ ਤੁਹਾਡਾ ਸਾਥ ਨਹੀਂ ਦਿੰਦੀ, ਤੇ ਉਹ ਜਿਹੜਾ ਉਹਦਾ ਓਵਰਪਲੇ ਆ ਉਹ ਤਾਂ ਹੋਣਾ ਹੀ ਹੋਣਾ ਆ ਇੱਥੇ। ਹੁਣ ਗੱਲ ਇੱਥੇ ਕੀ ਹੈ ਕਿ ਮੈਂ ਇੱਥੇ ਸਾਫ਼ ਲਿਖਿਆ ਆ ਕਿ ਜਿਨ੍ਹਾਂ ਦੇ ਪਿੰਡੇ ਦੇ ਜ਼ਖਮ ਆ, ਜਦ ਤੱਕ ਉਹਨਾਂ ਦੀ ਪਾਰਟਿਸਿਪੇਸ਼ਨ ਨਹੀਂ ਹੋਊਗੀ, ਹੱਲ ਨਹੀਂ ਨਿਕਲਣਾ। ਇੱਕ ਬੰਦ ਕਮਰੇ ਦੇ ਵਿੱਚ ਏਸੀ 'ਚ ਬੈਠੀ ਅਫਸਰਸ਼ਾਹੀ ਪਾਲਿਸੀਜ਼ ਤਾਂ ਬਹੁਤ ਸੋਹਣੀਆਂ ਬਣਾ ਦੂਗੀ, ਬੜਾ ਵਧੀਆ ਇਨਫਰਾਸਟ੍ਰਕਚਰ ਦੇ ਨਾਲ ਉਹਨਾਂ ਦਾ ਬਲੂਪ੍ਰਿੰਟ ਵੀ ਕੱਢ ਦੂਗੀ, ਵਾਈਟ ਪੇਪਰ ਵੀ ਕੱਢ ਦੂਗੀ, ਉਹ ਦੇਖਣ ਨੂੰ ਬੜਾ ਸੋਹਣਾ ਲੱਗੂਗਾ, ਬਟ ਹੱਲ ਨਹੀਂ ਲੱਭੂਗਾ। ਅੱਜ ਵੀ ਅਸੀਂ ਉੱਥੇ ਖੜ੍ਹੇ ਹਾਂ 1947 ਵਾਲੇ ਰਾਹ 'ਤੇ, ਉਹੀ ਕੁਐਸਚਨਸ ਨੇ ਸਾਡੇ ਕੋਲ। ਤਾਂ ਕਰਕੇ ਮੈਂ ਲਿਖਿਆ ਸੀਗਾ ਕਿ ਕੌਣ ਨੇ ਗੈਂਗਸਟਰ, ਢਿੱਡੋਂ ਦਾ ਜੰਮ ਨਹੀਂ ਗਏ, ਉਹ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਦਿੱਤੀ ਹੈ। ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਲਾਰੈਂਸ ਬਿਸ਼ਨੋਈ ਨੂੰ ਵੀ ਇਹਨਾਂ ਦੇ ਇਨਕਲਾਬੀ ਯੋਧੇ ਵਾਲੀਆਂ ਕਵਿਤਾਵਾਂ ਪੜ੍ਹਦਿਆਂ ਦੇਖਿਆ। ਸਰਫਰੋਸ਼ੀ ਕੀ ਤਮੰਨਾ, ਉਹ ਵੀ ਪੜ੍ਹ ਰਿਹਾ। ਤੇ ਮੈਨੂੰ ਤਾਂ ਕਿਸੇ ਵੇਲੇ ਉਹ ਵੀ ਲੱਗਦਾ ਕਿ ਕਾਲਜ 'ਚੋਂ ਇੱਕ ਭੁੱਲਿਆ ਭਟਕਿਆ ਪ੍ਰਧਾਨਗੀ 'ਚੋਂ ਨਿਕਲਿਆ ਯੂਥ ਆ। ਜੇ ਉਸ ਵੇਲੇ ਇੱਕ ਕਾਉਂਸਲਿੰਗ ਕੀਤੀ ਹੁੰਦੀ ਪ੍ਰੋਪਰਲੀ, ਸ਼ਾਇਦ ਰਾਹ ਵੱਲ ਨਾ ਤੁਰਦਾ। ਤੇ ਉਸ ਤੋਂ ਬਾਅਦ ਮੈਂ ਗੱਲ ਕੀਤੀ ਆ ਮੈਂਟਲ ਹੈਲਥ ਦੀ, ਜਿਹਦੇ ਉੱਤੇ ਮੈਂ ਕੰਮ ਕਰ ਰਿਹਾ। ਤਾਂ ਤੁਸੀਂ ਮੈਨੂੰ ਗੱਲ ਕਰ ਰਹੇ ਹੋ, ਮੇਰੇ ਕੋਲ ਹੈਗੀ ਆ ਫੋਰਨ 'ਚ ਓਪਰਚੁਨਿਟੀ। ਇੰਡੀਆ ਦੇ ਵਿੱਚ ਵੀ ਮੈਂ ਸਿਸਟਮ ਦੀ ਧੁੰਨੀ ਨੂੰ ਹੱਥ ਲਾ ਕੇ ਮੁੜ ਆਇਆ। ਉਹਨੂੰ ਮੈਂ ਉਪਲਬਧੀ ਨਹੀਂ ਗਿਣਦਾ, ਮੈਂ ਤੁਹਾਨੂੰ ਇਸ ਲਈ ਨਹੀਂ ਗਿਣਵਾਇਆ। ਮੇਰੀ ਉਪਲਬਧੀ ਹੈ, ਮੈਂ ਆਪਣੇ ਲੋਕਾਂ ਲਈ ਖੜਿਆ ਸੀ। ਮੇਰੀ ਉਪਲਬਧੀ ਹੈ ਜਿਹੜੀ ਜਵਾਨ ਮਾਂ ਦਾ ਪੁੱਤ ਨਹੀਂ ਰਿਹਾ, ਉਹਨੇ ਮੈਨੂੰ ਜੱਫੀ ਪਾਈ ਸੀ, ਇਹ ਮੇਰੀ ਉਪਲਬਧੀ ਆ। ਮੇਰੀ ਉਪਲਬਧੀ ਆ ਜਿਹੜੀ ਭੈਣ ਦਾ ਪਿਓ ਨਹੀਂ ਰਿਹਾ, ਮੈਨੂੰ ਫੋਨ ਕਰਕੇ ਕਹਿ ਰਹੀ ਸੀਗੀ
ਵੀ ਵੀਰੇ ਇਨਸਾਫ ਦਵਾ ਦੀ, ਪਰ ਮੈਂ ਦਵਾ ਨਹੀਂ ਪਾਇਆ। ਉਹ ਕੇਸ ਹਾਲੇ ਤੱਕ ਲਿਸਟ ਨਹੀਂ ਹੋਇਆ ਸੁਪਰੀਮ ਕੋਰਟ 'ਚ। ਉਹਨਾਂ ਨੇ ਕਿਹਦੀ ਗੱਲ ਕਰਦੇ ਪਏ ਹੋ? ਮੈਨੂੰ ਵੀ ਨਹੀਂ ਪਤਾ ਕੌਣ, ਮੈਨੂੰ ਨਾਮ ਨਹੀਂ ਯਾਦ। ਮੈਨੂੰ ਫੋਨ ਆਇਆ ਸੀ ਕਿਉਂਕਿ ਮੈਂ ਡਾਕੂਮੈਂਟ ਵਾਇਰਲ ਕੀਤਾ ਤੇ ਮੈਂ ਕਿਤੇ ਅੱਧੀ ਜਾ ਰਿਹਾ ਸੀ ਪ੍ਰੈਸ 'ਚ, ਤੇ ਉਹ ਮੈਨੂੰ ਕਹਿੰਦੀ ਵੀਰੇ ਵੀ ਮੇਰੇ ਪਿਓ ਨੂੰ ਇਨਸਾਫ ਦਵਾ ਦੀ। ਇੱਕ ਵਾਰੀ ਮੈਂ ਸ਼ੌਕ ਹੋ ਗਿਆ, ਰੂਹ ਕੰਡੇ ਨਹੀਂ ਰਿਹਾ, ਕਹਿੰਦੀ ਉੱਥੇ ਗਿਆ ਸੀ ਮੋਰਚੇ ਤੇ। ਠੀਕ। ਤੇ ਬਹੁਤ ਕੁਛ ਹੈ ਇਦਾਂ ਦਾ, ਮੈਂ ਉੱਥੇ ਮੋਰਚੇ 'ਚ ਵਿਚ ਰਿਹਾ। ਤੁਸੀਂ ਜੇ ਉਪਲਬਧੀ ਦੀ ਗੱਲ ਕਰਦੇ ਹੋ, ਹਾਂ ਅਗਲੀ ਗੱਲ ਕਰਦਾ, ਮੈਂਟਲ ਹੈਲਥ ਦੇ ਉੱਤੇ, ਕ੍ਰਿਮੀਨੋਲੋਜੀ ਤੇ ਹਿਊਮਨ ਰਾਈਟਸ ਤੇ ਮੇਰਾ ਅਕਾਦਮਿਕ ਤਰੀਕੇ ਤੇ ਹੋਲਡ ਹੈਗਾ। ਕ੍ਰਾਈਮ ਦੀਆਂ ਕੀ ਥਿਊਰੀਜ਼ ਨੇ, ਕਿਉਂਕਿ ਥਿਊਰੀਜ਼ ਤੋਂ ਪ੍ਰੈਕਟੀਕਲ ਵੱਲ ਆਪਾਂ ਆਉਂਦੇ ਆ। ਇਸ ਵੇਲੇ ਇੱਥੇ ਕੀ ਆਪਾਂ ਪੋਜ਼ਿਟਿਵ ਥਿਊਰੀ ਵਰਤਾਂਗੇ ਕਿਸੇ ਨੂੰ ਸਜ਼ਾ ਦੇਣਾ, ਇੱਥੇ ਰਿਫਾਰਮੇਟਿਵ ਥਿਊਰੀ ਦੀ ਲੋੜ ਹੈ, ਰਿਫਾਰਮ ਦੀ ਲੋੜ ਹੈ ਇੱਥੇ। ਤੇ ਉਸ ਤੋਂ ਬਾਅਦ ਕੀ ਗੱਲ ਹੈ ਇੱਥੇ ਜਿਹੜੀ ਮੇਨ ਹੈ, ਇਹ ਸਾਰੇ ਐਂਗਲਸ ਨੇ ਜਦੋਂ ਆਪਾਂ ਬਣਾਉਂਦੇ ਹਾਂ, ਆਪਾਂ ਹੋਲਿਸਟਿਕ ਕਹਿੰਦੇ ਹਾਂ, ਸਾਰੇ ਐਂਗਲਸ ਕਵਰ ਕਰ ਲਏ। ਇਹਦੇ ਵਿੱਚ ਫਾਈਨਾਂਸ ਦੀ ਗੱਲ ਵੀ ਆਊਗੀ, ਰੈਵਨਿਊ ਦੀ ਗੱਲ ਆਊਗੀ, ਸਪੋਰਟਸ ਦੀ ਗੱਲ ਵੀ ਆਊਗੀ ਕਿ ਸਟੇਜ ਤੇ ਜਾ ਕੇ ਟੈਂਡੈਂਸੀ ਵੱਧਦੀ ਆ ਕ੍ਰਾਈਮ ਦੀ। ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਹਲੇ ਐਕਸਰੇ ਹੀ ਨਹੀਂ ਕਰ ਰਹੇ ਪ੍ਰੋਬਲਮ ਦਾ, ਦਵਾਈ ਤਾਂ ਅਸੀਂ ਬਾਅਦ ਚੋਂ ਦੇਵਾਂਗੇ ਨਾ। ਪਹਿਲੀ ਥਾਂ ਤੇ ਹੀ ਅਸੀਂ ਫੇਲ ਹੋ ਜਾਂਦੇ ਹਾਂ, ਅਸੀਂ ਸਹੀ ਕਾਜ਼ਿਜ਼ ਹੀ ਨਹੀਂ ਲੱਭ ਪਾਉਂਦੇ ਇਹਨਾਂ ਚੀਜ਼ਾਂ ਦੇ। ਹੁਣ ਜਿਹੜੀ ਦੂਜੀ ਗੱਲ ਹੈ, ਫਿਰ ਮੈਂ ਕਿਹਾ ਸੀ ਜੇ ਮੈਨੂੰ ਲੋੜੀਂਦਾ ਅਧਿਕਾਰ ਤੇ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਾਉਂਗੇ, ਮੈਂ ਤੁਹਾਡੇ ਤੋਂ 1 ਰੁਪਿਆ ਨਹੀਂ ਲੈਂਦਾ, ਕਿਉਂਕਿ ਮੈਨੂੰ ਪਤਾ ਹੈ ਕਿ ਇੱਥੋਂ ਉਹ ਜਿਹੜਾ ਇੱਥੇ ਆਪਾਂ ਸਵਾਸਾਂ ਦਾ ਨਹੀਂ ਕੋਈ, ਜਿਹੜੇ ਆਪਾਂ ਰਾਹ ਵੱਲ ਤੁਰ ਪਏ ਤੁਸੀਂ ਕਹਿ ਰਹੇ ਹੋ, ਇੱਥੇ ਤਾਂ ਫਿਰ ਜਾਨ ਮਾਨ ਵੀ ਸੇਫ ਨਹੀਂ ਹੈਗੀ ਬਹੁਤੀ। ਮੈਂ ਡੀਪ ਸਟੇਟ ਦੀ ਗੱਲ ਕਰ ਰਿਹਾ, ਸ਼ਰੇਆਮ ਕਰ ਰਿਹਾ। ਮੈਂ ਇਸ ਹੱਦ ਤੱਕ ਵੀ ਗੱਲ ਕਰ ਰਿਹਾ, ਜਿਹੜੇ ਤੁਹਾਡੇ ਨਾਲ ਦੇ ਜਿਹੜੇ ਗਨਮੈਨ ਹੈ ਤਾਂ ਇੱਕ ਲੈਵਲ ਤੇ ਉਹ ਵੀ ਮੁਖਬਰ ਹੀ ਨੇ ਨਾ, ਉਹਨਾਂ ਤੋਂ ਵੀ ਕਿਸੇ ਤਰੀਕੇ ਦੀ, ਕਿਉਂਕਿ ਉਹ ਸੈਲਰੀ ਡਰਾਈਵ ਕਰਦੇ ਆ ਨਾ ਕਿਸੇ ਤੋਂ, ਇਨਫੋਰਮੇਸ਼ਨ ਤਾਂ ਉਹਨਾਂ ਤੋਂ ਵੀ ਕਿਸੇ ਤਰੀਕੇ ਦੀ ਐਕਸਟਰੈਕਟ ਕਰਵਾਈ ਜਾ ਸਕਦੀ ਹੈ। ਤੇ ਬੜੀ ਰੈਸ਼ਨਲ ਜੀ ਗੱਲ ਹੈ। ਤੁਸੀਂ ਦੇਖੋ ਕ੍ਰਾਈਮ ਦੀਆਂ ਰੀਅਲ ਡਾਕੂਮੈਂਟਰੀਜ਼ ਦੇਖ ਲਓ, ਇੱਦਾਂ ਹੀ ਤਾਂ ਕ੍ਰਾਈਮ ਕਮਿਟ ਹੁੰਦਾ ਆ। ਭੇਤ ਕਿੱਥੋਂ ਮਿਲਦਾ, ਇੱਕ ਛੋਟੇ ਜਿਹੇ ਨੁਕਤੇ ਦੇ ਨਾਲ ਕੇਸ ਸੋਲਵ ਹੋ ਜਾਂਦਾ। ਇਸੇ ਮੰਤਵ ਦੇ ਨਾਲ ਹੀ ਲਿਖਿਆ ਸੀਗਾ। ਤੇ ਫਿਰ ਇਹੀ ਲਿਖਿਆ ਸੀਗਾ ਕਿ ਮੈਂ ਇਕੱਲਾ, ਮੈਨੂੰ ਇੱਥੇ ਇਕੱਲਾ ਇਨਫਰਾਸਟ੍ਰਕਚਰ ਤੇ ਅਥਾਰਟੀ ਨਹੀਂ ਚਾਹੀਦੀ, ਮੈਂ ਉਹ ਤੋਂ ਪਹਿਲਾਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਤੇ ਮੈਂ ਜਦੋਂ ਇਹ ਲੈਟਰ ਲਿਖ ਰਿਹਾ, ਮੈਂ ਲਿਖਿਆ ਮਾਨ ਸਾਹਿਬ ਨੂੰ ਇੱਕ ਉਮੀਦ ਤੇ ਛੱਡ ਰਿਹਾ ਵੀ ਜਿਹੜੀ ਬਾਦਲਾਂ ਤੋਂ ਨਹੀਂ ਹੈਗੀ, ਕੈਪਟਨ ਤੋਂ ਨਹੀਂ ਹੈਗੀ, ਤੁਹਾਡੇ ਤੇ ਹਲੇ ਥੋੜੀ ਜਿਹੀ ਬਚੀ ਹੋਈ ਆ। ਮੈਂ ਮਾੜਯੋਗ ਨੂੰ ਬ੍ਰੈਕਟ 'ਚ ਲਿਖਿਆ, ਪਲੱਤਣ ਵਾਲਾ ਕਾਗਜ਼ ਵਰਤਿਆ, ਕਾਲੇ ਰੰਗ ਦੀ ਸ਼ਾਹੀ ਵਰਤੀ ਆ। ਮੈਂ ਅਗਲੀ ਵਾਰ ਜੋ ਤੁਹਾਨੂੰ ਪੱਤਰ ਲਿਖਾਂ, ਮੈਂ ਨਹੀਂ ਵਰਤਣੀ ਚਾਹੁੰਦਾ, ਪਰ ਮੇਰੀ ਮਜਬੂਰੀ ਆ। ਦੁੱਖ ਹੀ ਐਡਾ ਆ ਪੰਜਾਬ ਦੀ ਨੌਜਵਾਨੀ ਨੂੰ, ਨਹੀਂ ਦੇਖਿਆ ਜਾਂਦਾ ਯਾਰ। 6 ਫੁੱਟ ਦਾ ਨੌਜਵਾਨ, ਉਹਦੇ ਕੇਸ ਰੁੱਲੇ ਪਏ ਆ, ਉਹਦੀ ਮਾਂ ਉਹਦਾ ਜੂੜਾ ਗੁੰਦਦੀ ਪਈ ਆ। ਮੈਂ ਵੀ ਛੋਟਾ, ਮੇਰੀ ਮਾਂ ਵੀ ਉੱਦੀ ਕੰਘਾ ਫੇਰਦੀ ਹੁੰਦੀ ਸੀ। ਉੱਦਾਂ ਹੀ ਮੈਂ ਛੋਟੇ ਹੁੰਦਿਆਂ ਜਦੋਂ ਪਾਠ ਸਿਖਾਉਣਾ, ਸਿਰ 'ਚੋਂ ਕੰਘਾ ਫੇਰਨਾ, ਜੂੜਾ ਕਰਨਾ, ਗੁੰਦਣਾ, ਉੱਦਾਂ ਹੀ। ਤੇ ਉਹਦੇ ਪਿਓ ਦੀ ਤੁਸੀਂ ਭਾਵੇਂ ਪੱਟਾਂ ਦੇ ਥਾਪੀ ਦੇ, ਉਹ ਪੱਟਾਂ ਦੇ ਥਾਪੀ ਵੀ ਰਵਾ ਜਾਂਦੀ ਆ। ਤੇ ਉਹ ਕੋਈ ਬਹੁਤੀ ਵਧੀਆ ਚੀਜ਼ ਤਾਂ ਨਹੀਂ। ਉਹਦੇ ਕਰਕੇ ਪੰਜਾਬ ਦਾ ਸਾਰਾ ਯੂਥ ਮੈਂਟਲ ਹੈਲਥ ਦੇ ਇੱਕ ਫਰਸਟ੍ਰੇਸ਼ਨ 'ਚੋਂ, ਐਂਗਰ 'ਚੋਂ ਲੰਘ ਰਿਹਾ ਆ। ਤੇ ਉਹ ਤੋਂ ਬਾਅਦ ਤੁਸੀਂ ਸਿਕਿਉਰਿਟੀ ਲੈਬਸ ਤੋਂ ਬਾਅਦ ਕਿੰਨਾ ਤੁਸੀਂ ਖਰਚਾ ਕਰ ਦਿੱਤਾ। ਉਸ ਵੇਲੇ ਤੁਸੀਂ 2 ਪਰਸੋਨਲ ਅਵੇਲੇਬਲ ਕਰਾਏ, ਬਾਅਦ 'ਚੋਂ ਤੁਸੀਂ ਉਹਦੀ ਸਮਾਧ ਤੇ 5-5 ਕਾਂਸਟੇਬਲ ਬਿਠਾਈ ਫਿਰਦੇ ਹੋ ਵੀ ਬਾਅਦ 'ਚੋਂ ਹੁਣ ਤੁਸੀਂ ਇੰਨਾ ਡਰ ਗਏ ਵੀ ਤੁਸੀਂ ਇੰਨਾ ਜ਼ਿਆਦਾ ਖਰਚਾ ਕਰਤਾ, ਤੇ ਉਹ ਪਹਿਲਾਂ ਹੀ ਸਿਕਿਉਰਿਟੀ ਲੈਬਸ ਨਾ ਕਰਦੇ। ਇਹ ਸਵਾਲ ਨੇ ਮੇਰੇ ਸਾਹਮਣੇ। ਹੁਣ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਲਿਖਤੀ ਪਹਿਲਾਂ ਕੋਈ ਚਿੱਠੀ ਭੇਜੀ ਹੈ? ਹਾਂਜੀ, ਇਹ ਜਿਹੜੀ ਚਿੱਠੀ ਹੈ ਮੈਂ ਜਿਹੜੀ ਹੁਣ ਡਿਸਕਸ ਕਰ ਰਿਹਾ, ਮੈਂ ਭੇਜਤੀ ਆ। ਮੈਂ ਉਹਨਾਂ ਦੇ OSD ਨੂੰ ਰਿਸੀਵ ਕਰਾਤੀ ਹੈ। ਕਿੰਨਾ ਟਾਈਮ ਹੋ ਗਿਆ? ਮੈਂ ਕੱਲ ਰਿਸੀਵ ਕਰਵਾ ਕੇ ਆਇਆ। ਹਾਂਜੀ। ਤੇ ਕੀ ਆਸ਼ਵਾਸਨ ਕੋਈ ਮਿਲਿਆ ਤੁਹਾਨੂੰ? ਉਹਨਾਂ ਨੂੰ ਮੈਂ ਆਖਿਆ ਕਿ ਮੈਂ ਮਿਲਣਾ ਚਾਹੁੰਦਾ OSD ਸਾਹਿਬ ਨੂੰ। ਮੈਂ ਵੀ ਆਖਿਆ, ਮੈਂ ਕਿਹਾ ਹੁਣ ਤੁਸੀਂ ਇੱਥੇ ਬੈਠੇ ਹੋ, ਅਫਸਰਸ਼ਾਹੀ 'ਚ ਕੰਮ ਕਰ ਰਹੇ ਹੋ, ਸੇਵਾ ਲੈ ਰਹੀ ਹੈ ਸਰਕਾਰ। ਕੀ ਲੱਗਦਾ ਹੁਣ ਜੇਕਰ ਤੁਹਾਨੂੰ ਕੋਈ ਉੱਧਰੋਂ ਸੁਨੇਹਾ ਨਹੀਂ ਆਉਂਦਾ ਸਰਕਾਰ ਦੇ ਵੱਲੋਂ, ਫਿਰ ਪਰਸਨਲੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਉਹਨਾਂ ਨੂੰ ਮਿਲਣ ਜਾਓਗੇ ਘਰ ਉਹਨਾਂ ਦੇ? ਕੀ ਤੁਹਾਡਾ ਅਗਲਾ ਸਟੈਪ ਰਹੇਗਾ? ਨਹੀਂ, ਉਹਨਾਂ ਦੇ ਮੈਂ ਉਹਨਾਂ ਦੇ ਘਰ ਹੀ, ਉਹਨਾਂ ਦਾ OSD ਹੈ ਸੈਕਟਰ 3A ਦੇ ਵਿੱਚ। ਮੈਂ ਦਫ਼ਤਰ ਨਹੀਂ ਗਿਆ, ਮੈਂ ਉਹਨਾਂ ਦੇ ਘਰ ਹੀ ਗਿਆ ਇਸ ਲਈ। ਚੰਡੀਗੜ੍ਹ ਦੀ ਗੱਲ ਕਰਦੇ ਹੋ ਨਾ ਤੁਸੀਂ? ਜੇਕਰ ਇੱਥੇ ਨਹੀਂ ਸੁਣਵਾਈ ਹੁੰਦੀ, ਫਿਰ ਜਿਹੜਾ ਪਰਸਨਲੀ ਉਹਨਾਂ ਦਾ ਘਰ ਜਿਹੜਾ ਪਿੰਡ ਹੈਗਾ ਵਾ ਸਤੌਜ, ਉੱਥੇ ਜਾਓਗੇ? ਕਿਉਂਕਿ ਇੱਕ ਆਖਰੀ ਸਟੈਪ ਤਾਂ ਇਹੀ ਰਹਿ ਜਾਂਦਾ ਨਾ, ਜੇਕਰ ਸਰਕਾਰੀ ਤਰੀਕੇ ਦੇ ਨਾਲ, ਕਾਨੂੰਨੀ ਪ੍ਰਕਿਰਿਆ ਦੇ ਨਾਲ ਤੁਹਾਡੀ ਸੁਣਵਾਈ ਨਹੀਂ ਹੁੰਦੀ, ਫਿਰ ਪਰਸਨਲੀ ਵੀ ਤੁਸੀਂ ਉੱਥੇ ਜਾ ਸਕਦੇ ਹੋ। ਜੇ ਇੱਥੇ ਨਹੀਂ ਸੁਣਵਾਈ ਹੁੰਦੀ, ਫਿਰ ਉੱਥੇ ਮੈਂ ਇਹ ਫਰਕ ਨਹੀਂ ਸਮਝਦਾ ਜੀ। ਦੇਖੋ, ਗੱਲ ਸਿਰਫ ਐਡੀ ਕਾ ਕਿ ਜੇ ਉਹਨਾਂ ਦੇ OSD ਨੂੰ ਪਤਾ ਲੱਗ ਗਿਆ ਤਾਂ ਗੱਲ ਉਹਨਾਂ ਤੱਕ ਪਹੁੰਚ ਗਈ। ਬਾਕੀ ਤੁਹਾਡੀ ਮੀਡੀਆ ਦੀ ਇੱਕ ਸਪੋਰਟ ਆ, ਇੱਥੋਂ ਵੀ ਗੱਲ ਉਹਨਾਂ ਤੱਕ ਪਹੁੰਚ ਗਈ। ਜੇ ਗੱਲ ਉਹਨਾਂ ਤੱਕ ਪਹੁੰਚ ਗਈ, ਅਗਲਾ ਸਵਾਲ ਮੇਰੇ ਤੇ ਨਹੀਂ, ਫਿਰ ਭਗਵੰਤ ਮਾਨ ਸਾਹਿਬ ਤੇ ਆ
ਮੈਂ ਤਾਂ ਆਪਦਾ ਕੰਮ ਕਰਨਾ ਸ਼ੁਰੂ ਕਰਤਾ ਆ। ਮੈਂ ਤਾਂ ਇਸ ਫੀਲਡ ਵੱਲ ਹੋਰ ਸੋਚੂੰਗਾ ਕਿ ਮੈਂ ਕੀ ਕੁਝ ਕਰ ਸਕਦਾ, ਔਰ ਮੇਰੇ ਨਾਲ ਹੋਰ ਨੌਜਵਾਨ ਜੁੜਨਗੇ। ਮੈਨੂੰ ਬਹੁਤ ਹੈਲਪ ਮਿਲ ਰਹੀ ਆ, ਕਿਉਂਕਿ ਇਕੱਲੇ ਮੇਰਾ ਸੁਪਨਾ ਐਡਾ ਛੋਟਾ ਤਾਂ ਹੈ ਨਹੀਂ ਵੀ ਮੈਂ ਇਕੱਲਾ ਪੂਰਾ ਕਰ ਲੂੰਗਾ, ਨਾ ਹੀ ਮੇਰੇ ਇਕੱਲੇ ਵਾਸਤੇ ਆ, ਤੇ ਰੱਬ ਜਰੀਆ ਬਣਾਊਗਾ। ਤੇ ਉਸ ਜਰੀਏ ਦੇ ਵਿੱਚ ਇੱਕ ਭਗਵੰਤ ਮਾਨ ਹੈ ਜਿਹੜਾ ਉਹ ਜਰੀਏ ਦਾ ਹਿੱਸਾ ਹੀ ਆ, CM ਆ ਸਾਡੀ ਸਟੇਟ ਦਾ, ਤੇ ਉਹਨੂੰ ਕਹਿਣਾ ਬਣਦਾ ਸਾਡਾ, ਉਹਦਾ ਸੁਣਨਾ ਬਣਦਾ ਆ। ਉਮੀਦ ਤੋਂ ਜ਼ਿਆਦਾ ਇੱਕ ਹੱਕ ਵੀ ਆ ਸਾਡਾ, ਕਿਉਂਕਿ ਸਾਡੀਆਂ ਰਾਈਟਸ ਐਕਸਰਸਾਈਜ਼ ਕਰਕੇ, ਬੇਸ਼ੱਕ ਮੈਂ ਕਿਸੇ ਵੀ ਪੋਲੀਟੀਕਲ ਆਈਡੀਓਲੋਜੀ ਦਾ ਹੋਵਾਂ, ਬੇਸ਼ੱਕ ਮੈਂ ਇਸ ਤਰੀਕੇ ਦਾ ਵੀ ਹੋਵਾਂ ਵੋਟ ਹੀ ਨਾ ਪਾਈ ਹੋਵੇ, ਮੈਂ ਨਾ ਉਮੀਦ ਹੋ ਗਿਆ ਹੋਵਾਂ, ਕਿਉਂਕਿ ਇਹੀ ਲੋਕ ਨੇ ਇੱਥੇ ਜਿਹੜੇ ਬੀਬੀ ਖਾਲੜਾ ਨੂੰ ਹਰਾ ਦਿੰਦੇ ਆ, ਬਹੁਤਿਆਂ ਨੂੰ ਹਰਾ ਦਿੰਦੇ ਆ। ਇਰੋਮ ਸ਼ਰਮੀਲਾ ਸੀ ਇੱਕ, ਉਹਨੇ 11 ਸਾਲ ਆਪਦੇ ਦੰਦ ਨਹੀਂ ਸਾਫ਼ ਕੀਤੇ। ਭਗਤ ਸਿੰਘ ਦੀ ਤੁਸੀਂ ਗੱਲ ਕਰਦੇ ਹੋ ਲੱਗਿਆ, ਉਹਦੇ ਨਾਲ ਜੇਲ੍ਹ ਇਨਮੇਟ ਸੀਗਾ, ਹੁਸ਼ਿਆਰਪੁਰ ਦੇ ਵਿੱਚ ਉਹਦੀ ਜ਼ਮਾਨਤ ਜ਼ਬਤ ਕਰਾਤੀ ਸੀ ਇਹਨਾਂ ਨੇ। ਆਪਣੇ ਲੋਕਾਂ ਦੇ ਨਾਲ ਸ਼ਿਕਵਾ ਵੀ ਤਾਂ ਹੁੰਦਾ। ਮੈਨੂੰ ਉਸ ਤਰੀਕੇ ਦਾ ਯਕੀਨ ਨਹੀਂ ਸੀਗਾ ਇਸ ਸਿਸਟਮ ਤੇ। ਮੀਡੀਆ ਦੇ ਥਰੂ ਕੀ ਕਹਿਣਾ ਚਾਹੁੰਦੇ ਭਗਵੰਤ ਮਾਨ ਨੂੰ? ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਨਿਰਪੱਖੀ ਮਾਹੌਲ ਸਿਰਜ ਦਿੱਤਾ ਗਿਆ ਆ, ਇਹਨੂੰ ਠੱਲ ਪਾਉਣ ਵਾਸਤੇ ਮੈਂ ਤੁਹਾਡੇ ਤੋਂ ਕੁਝ ਮੰਗ ਨਹੀਂ ਰਿਹਾ, ਤੁਹਾਨੂੰ ਦੇਣ ਦੇ ਲਈ ਗੱਲ ਕਰ ਰਿਹਾ ਤੁਹਾਡੇ ਨਾਲ, ਤੇ ਜਲਦੀ ਤੋਂ ਜਲਦੀ ਦਾ ਹੱਲ ਕਰੀਏ ਆਪਾਂ। ਸੋ ਗੱਲਬਾਤ ਹੋਈ ਹੈ, ਇਹ ਸਨ ਗੁਰਮੋਹਨਪ੍ਰੀਤ ਸਿੰਘ, ਜਿਨ੍ਹਾਂ ਨੇ ਕੁਝ ਗੱਲਾਂ ਸਰਕਾਰ ਦੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਿਖਤੀ ਭਗਵੰਤ ਮਾਨ ਸਰਕਾਰ ਨੂੰ ਆਪਣੀਆਂ ਗੱਲਾਂ ਭੇਜੀਆਂ ਨੇ, ਲਿਖ ਕੇ ਕੁਝ ਨੁਕਤੇ ਸਾਂਝੇ ਕੀਤੇ ਨੇ। ਜੋ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ, ਇਸ ਨੂੰ ਠੱਲ ਪਾਈ ਜਾ ਸਕੇ, ਤੇ ਸਰਕਾਰ ਤੋਂ ਇਹ ਉਸ ਦੇ ਬਦਲੇ ਕੁਝ ਲੈਣਾ ਵੀ ਨਹੀਂ ਚਾਹੁੰਦੇ। ਕਹਿੰਦੇ ਆ ਕਿ ਵੀ ਸਰਕਾਰ ਉਸ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੀਆਂ ਸੇਵਾਵਾਂ ਨਿਭਾਉਣ ਦੀ ਆਗਿਆ ਦੇਵੇ, ਜਿਹੜੀ ਪੰਜਾਬ ਦੀ ਬਿਊਰੋਕਰੇਸੀ ਹੈਗੀ ਉਸ ਦੇ ਵਿੱਚ ਬੈਠਣ ਦੀ ਆਗਿਆ ਦੇਵੇ। ਜਿਹੜੇ ਨੁਕਤੇ ਨੇ ਉਹ ਸਰਕਾਰ ਦੇ ਨਾਲ ਉਹ ਸਾਂਝੇ ਕਰਨੇ ਚਾਹੁੰਦੇ ਨੇ, ਤਾਂ ਜੋ ਜਿਹੜੇ ਪੰਜਾਬ ਦੀਆਂ ਇਹਨਾਂ ਮਾਵਾਂ ਦੇ ਪੁੱਤ ਨੇ ਉਹ ਅਜਾਈ ਇਸ ਦੁਨੀਆ ਦੇ ਵਿੱਚੋਂ ਰੁਖਸਤ ਨਾ ਹੋਣ, ਉਹਨਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਅਜਾਈ ਨਾ ਜਾਣ। ਤੁਸੀਂ ਵੀ ਸੁਣਿਆ ਹੋਵੇਗਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ 12 ਦੇ ਲਗਭਗ ਯਾਨੀ ਕਿ ਦਰਜਨ ਦੇ ਲਗਭਗ ਜਿਹੜੇ ਨੌਜਵਾਨ ਨੇ ਹੁਣ ਤੱਕ ਇਸੇ ਚੀਜ਼ ਦਾ ਖਾਮਿਆਜ਼ਾ ਭੁਗਤ ਚੁੱਕੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਪੰਜਾਬ ਦੇ ਵਿੱਚ ਨਾ ਬਣਨ, ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰ ਨੂੰ ਕੋਈ ਚੰਗੀ ਰਣਨੀਤੀ ਬਣਾਉਣੀ ਚਾਹੀਦੀ ਹੈ, ਤੇ ਜੋ ਉਹਨਾਂ ਨੇ ਨੁਕਤਾ ਸਾਂਝਾ ਕੀਤਾ ਹੈ ਉਹ ਵੀ ਸਰਕਾਰ ਦੇ ਨਾਲ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਨੇ, ਤਾਂ ਜੋ ਜੇਕਰ ਉਸ ਦੇ ਨੁਕਤੇ ਦੇ ਵਿੱਚ ਵੀ ਜੇਕਰ ਕੋਈ ਖਾਮੀ ਹੈਗੀ ਹੈ ਤਾਂ ਉਸ ਨੂੰ ਪੂਰਾ ਕਰਕੇ ਬੁੱਧੀਜੀਵੀਆਂ ਦੇ ਨਾਲ ਬੈਠ ਕੇ, ਬਿਊਰੋਕਰੇਸੀ ਦੇ ਨਾਲ ਬੈਠ ਕੇ ਉਸ 'ਤੇ ਵਰਕ ਕੀਤਾ ਜਾਵੇ, ਤੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਬਚਾਇਆ ਜਾ ਸਕੇ। ਤੁਸੀਂ ਬਣੇ ਰਹੋ ਜਗਬਾਣੀ TV ਦੇ ਨਾਲ। ਮੇਰੇ ਨਾਲ ਕੈਮਰਾ ਪਰਸਨ ਜਸ਼ਨ।